ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਆਪਣਾ ਉਹ ਹੈ ਮਹਾਰਾਜਾ ਰਣਜੀਤ ਸਿੰਘ ਜੀਵਨ, ਉਹਨਾਂ ਦੇ ਯੁੱਧ, ਉਹਨਾਂ ਦੀਆਂ ਪ੍ਰਾਪਤੀਆਂ ਤੇ ਜਿਹੜੇ ਉਹਨਾਂ ਦੇ ਅੰਗਰੇਜ਼ਾਂ ਨਾਲ ਸੰਬੰਧ ਰਹੇ ਸਨ, ਉਸ ਵਿਸ਼ੇ ਤੇ ਆਪਾਂ ਜਿਹੜੀ ਅੱਜ ਦੀ ਗੱਲਬਾਤ ਕਰਾਂਗੇ। ਅੱਜ ਦੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪ੍ਰੋਫੈਸਰ ਗੁਰਸੇਵਕ ਸਿੰਘ, ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਕਾਫੀ ਕੰਮ ਕੀਤਾ ਹੈ। ਸੋ ਉਹਨਾਂ ਦੇ ਕੋਲੋਂ ਜਾਣਾਂਗੇ ਅਸੀਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜੀਵਨ ਹੈ ਬਿਲਕੁਲ ਨਟਸ਼ੈਲ ਦੇ ਵਿੱਚ, ਕਿਉਂਕਿ ਆਪਾਂ ਇਹਨੂੰ ਇੰਨਾ ਡੀਪਲੀ ਨਹੀਂ ਜਾ ਸਕਦੇ ਸਮੇਂ ਦੀ ਘਾਟ ਕਰਕੇ। ਸੋ ਜਿੰਨਾ ਵੀ ਹੋ ਸਕਿਆ ਕੋਸ਼ਿਸ਼ ਕਰਾਂਗੇ ਉਸ ਚੀਜ਼ ਨੂੰ ਕਵਰ ਕਰਨ ਦੀ। ਸੋ ਜਿਹੜਾ ਇਹ ਵਿਸ਼ਾ ਬੜਾ ਇੰਪੋਰਟੈਂਟ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਜੀਵਨੀ ਹੈ ਜਾਂ ਜਿਹੜੀ ਉਹਦੀ ਲਾਈਫ ਹੈ ਜਾਂ ਜੇ ਉਹਨਾਂ ਦੀਆਂ ਪ੍ਰਾਪਤੀਆਂ ਨੇ, ਉਹ ਪੰਜਾਬ 'ਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਵੀ ਉਹ ਇੱਕ ਖਾਸ ਜਗ੍ਹਾ ਰੱਖਦੀਆਂ ਨੇ। ਇਹ ਪੂਰੇ ਭਾਰਤ ਦੇ ਇਤਿਹਾਸ ਵਿੱਚ ਇੱਕ ਟਰਨਿੰਗ ਪੁਆਇੰਟ ਨੇ। ਸੋ ਉਹ ਕਿਸ ਤਰ੍ਹਾਂ ਨੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀਆਂ ਪ੍ਰਾਪਤੀਆਂ ਬਾਰੇ, ਉਹਨਾਂ ਦੇ ਜਿਹੜੀ ਮਿਸਲਾਂ ਬਾਰੇ ਜਾਂ ਮਿਸਲਾਂ ਜਿੱਤਾਂ ਬਾਰੇ, ਇਹ ਸਾਰਾ ਕੁਝ ਆਪਾਂ ਜਿਹੜਾ ਹੈ ਉਹ ਕੋਸ਼ਿਸ਼ ਕਰਾਂਗੇ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਨੂੰ ਪੂਰਾ ਕੰਪਲੀਟ ਕਰਨ ਦੀ। ਸੋ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ, ਮੈਂ ਤੁਹਾਨੂੰ ਥੋੜ੍ਹੀ ਜਿਹੀ ਜਿਹੜੀ ਜਾਣਕਾਰੀ ਉਹ ਦੇ ਦਿਆਂ ਮਹਾਰਾਜਾ ਰਣਜੀਤ ਸਿੰਘ ਬਾਰੇ। ਕਿ ਪਿਤਾ ਜੀ ਦਾ ਨਾਮ ਇਹਨਾਂ ਦਾ ਸੀਗਾ ਭਾਈ ਮਹਾਂ ਸਿੰਘ, ਤੇ 13 ਨਵੰਬਰ 1780 ਨੂੰ ਜਿਹੜਾ ਸੀਗਾ ਉਹ ਗੁਜਰਾਂਵਾਲਾ ਵਿਖੇ ਜਨਮ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ। ਦੁਬਾਰਾ ਨੋਟ ਕਰ ਲਓ, 13 ਨਵੰਬਰ 1780 ਨੂੰ। ਸੁੱਕਰ ਚੱਕੀਆ ਮਿਸਲ ਦੇ ਜਿਹੜੇ ਸਰਦਾਰ ਸਨ ਭਾਈ ਮਹਾਂ ਸਿੰਘ ਜੀ, ਸਰਦਾਰ ਮਹਾਂ ਸਿੰਘ ਜੀ, ਤੇ ਇਹਨਾਂ ਦੀ ਮਾਤਾ ਦਾ ਨਾਮ ਰਾਜ ਕੌਰ ਸੀਗਾ। ਬਚਪਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੋਣਾ ਦੀ ਜਿਹੜੀ ਅੱਖ ਹੈ ਇੱਕ ਉਹ ਚਲੀ ਗਈ ਸੀਗੀ ਚੇਚਕ ਦੀ ਬਿਮਾਰੀ ਦੇ ਨਾਲ। ਸੋ ਇੱਕ ਅੱਖ ਤੋਂ ਉਹਨਾਂ ਨੂੰ ਕਦੇ ਵੀ ਨਜ਼ਰ ਨਹੀਂ ਸੀ ਆਉਂਦਾ। 10 ਸਾਲ ਦੀ ਉਮਰ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਯੁੱਧਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀਗਾ। ਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਸੀਗਾ ਕਿ ਸ਼ੁਕਰ ਚੱਕੀਆ ਮਿਸਲ ਦੀ ਕਮਾਨ ਸੰਭਾਲ ਲਈ। ਤੇ ਫਿਰ ਜਿਹੜਾ ਇਹ 19 ਸਾਲ ਦੀ ਉਮਰ 'ਚ ਅਫਗਾਨਿਸਤਾਨ ਦੇ ਹਾਕਮ ਸ਼ਾਹ ਜਮਾਂ ਨੇ ਲਾਹੌਰ ਦਾ ਗਵਰਨਰ ਬਣਾਤਾ ਸੀਗਾ ਰਣਜੀਤ ਸਿੰਘ ਉਹਨਾਂ ਨੂੰ। ਉਸ ਨੂੰ ਰਾਜਾ ਦੀ ਉਪਾਧੀ ਦਿੱਤੀ, ਰਾਜਾ ਦਾ ਇੱਕ ਡਿਗਨਿਟੀ ਜਿਹੜੀ ਆ ਉਹ ਦੇ ਦਿੱਤੀ ਉਹਨਾਂ ਨੇ। ਕਿ ਇਸ ਤੋਂ ਬਾਅਦ ਜਿਹੜੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਤਾਕਤ ਹੈ ਉਹ ਬੜੀ ਵੱਧ ਜਾਂਦੀ ਹੈ ਚਾਰੇ ਪਾਸੇ। ਸੋ 1802 ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ 'ਤੇ ਕਬਜ਼ਾ ਕੀਤਾ। ਫਿਰ ਉਸਨੇ ਸਤਲੁਜ ਅਤੇ ਜਮਨਾ ਨਦੀ ਦੇ ਵਿਚਕਾਰ ਸਰਹੰਦ ਵੱਲ ਨੂੰ ਵਧਣਾ ਸ਼ੁਰੂ ਕੀਤਾ। ਤੇ ਪਰ ਅੱਗੇ ਕਿਉਂਕਿ ਅੰਗਰੇਜ਼ ਸਨ, ਇਸ ਵਾਸਤੇ ਇਹ ਇੱਕ ਸੰਧੀ ਹੁੰਦੀ ਹੈ। ਸੋ ਉਹ ਇਸ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਨਹੀਂ ਜਾ ਸਕੇ। 1809 ਦੇ ਵਿੱਚ ਇਹ ਸੰਧੀ ਹੁੰਦੀ ਹੈ ਅੰਮ੍ਰਿਤਸਰ ਦੀ। ਤੇ ਇਹ ਸੰਧੀ ਤੋਂ ਬਾਅਦ ਜਿਹੜਾ ਰਣਜੀਤ ਸਿੰਘ ਨੇ ਸਤਲੁਜ ਦੇ ਪੱਛਮ ਵਾਲੇ ਪਾਸੇ, ਸਤਲੁਜ ਤੋਂ ਪੱਛਮ ਵਾਲਾ ਪਾਸਾ ਜਿੰਨਾ ਵੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਖੇਤਰ ਸੀਗਾ, ਤੇ ਜਿਹੜਾ ਦੂਸਰਾ ਪਾਸਾ ਸੀਗਾ ਉਹ ਅੰਗਰੇਜ਼ਾਂ ਦੇ ਕੋਲ ਸੀਗਾ। ਸੋ ਜਿਹੜੀਆਂ ਮੁੱਖ ਜਿੱਤਾਂ ਨੇ ਇਹਨਾਂ ਦੀਆਂ ਉਹ ਸੁਣ ਲਓ ਕਿ ਮੁਲਤਾਨ ਜਿਹੜਾ ਸੀਗਾ ਉਹ ਉਹਨਾਂ ਨੇ 1818 ਦੇ ਵਿੱਚ, ਕਸ਼ਮੀਰ 1819 ਦੇ ਵਿੱਚ, ਪਿਸ਼ਾਵਰ ਜਿਹੜਾ ਸੀਗਾ ਉਹ 1834 ਦੇ ਵਿੱਚ ਉਹਨਾਂ ਨੇ ਕਬਜ਼ਾ ਕੀਤਾ, ਉਸ 'ਤੇ ਹਮਲਾ ਕਰਕੇ। ਇਸ ਤਰ੍ਹਾਂ ਇਹਨਾਂ ਨੇ ਇੱਕ ਬੜਾ ਵੱਡਾ ਵਿਸ਼ਾਲ ਸਾਮਰਾਜ ਜਿਹੜਾ ਸੀਗਾ ਉਹ ਕਾਇਮ ਕੀਤਾ, ਜਿਹਨੂੰ ਸਿੱਖ ਰਾਜ ਦੇ ਨਾਂ ਨਾਲ ਆਪਾਂ ਅੱਜ ਜਾਣਦੇ ਹਾਂ। ਤੇ ਜੂਨ ਦੇ ਵਿੱਚ 1839 ਦੇ ਵਿੱਚ ਜਿਹੜਾ ਉਹ ਇਹਨਾਂ ਦਾ ਦੇਹਾਂਤ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ। ਸੋ ਇਹ ਇੱਕ ਮੋਟੀ ਜਾਣਕਾਰੀ ਸੀ ਜਿਹੜੀ ਸਾਡੇ ਵਾਸਤੇ ਸਮਝਣੀ ਜ਼ਰੂਰੀ ਹੈ। ਸੋ ਅੱਜ ਦੀ ਗੱਲਬਾਤ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀਆਂ ਜੀਵਨ ਦੀਆਂ ਜੋ ਪ੍ਰਾਪਤੀਆਂ ਨੇ ਜਾਂ ਜੋ ਜਿੱਤਾਂ ਜਿੱਤੀਆਂ ਨੇ ਉਹਨਾਂ ਨੇ, ਜਾਂ ਅੰਗਰੇਜ਼ਾਂ ਦੇ ਨਾਲ ਉਹਨਾਂ ਦੇ ਕੀ ਸੰਬੰਧ ਰਹੇ ਨੇ, ਇਹ ਸਾਰਾ ਕੁਛ ਜਿਹੜਾ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਗੁਰਸੇਵਕ ਸਿੰਘ ਜੀ, ਤੁਹਾਡਾ ਸਟੂਡੀਓ 'ਤੇ ਆਉਣ 'ਤੇ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ। ਤੁਹਾਨੂੰ ਜਿਵੇਂ ਕਿ ਆਪਣਾ ਅੱਜ ਦਾ ਟੌਪਿਕ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ, ਉਸਦੀਆਂ ਜਿੱਤਾਂ, ਉਸਦੀਆਂ ਲੜਾਈਆਂ ਐਂਡ ਉਸਦੇ ਆਪਣੇ ਨਾਲ ਕੰਮ ਕਰਨ ਵਾਲੇ ਜਿੰਨੇ ਵੀ ਮਿਸਲਦਾਰ ਸੀਗੇ ਜਾਂ ਸਰਦਾਰ ਸੀਗੇ, ਉਹਨਾਂ ਦਾ ਰਿਲੇਸ਼ਨ ਕਿੱਦਾਂ ਦਾ ਸੀ। ਸੋ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਗੱਲ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੋ ਬਰਥ ਹੈ ਉਹ 2 ਨਵੰਬਰ 1780 ਈਸਵੀ ਨੂੰ ਗੁਜਰਾਂਵਾਲੇ ਵਿੱਚ ਹੋਇਆ। ਉਹਨਾਂ ਦਾ ਜਨਮ ਸ਼ੁਕਰ ਚੱਕੀਆ ਮਿਸਲ ਦੇ ਮਿਸਲਦਾਰ ਸਰਦਾਰ ਮਹਾਂ ਸਿੰਘ ਜੀ ਦੇ ਘਰ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਰਾਜ ਕੌਰ ਸੀ। ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਗੱਲ ਫੇਮਸ ਹੈ ਕਿ ਉਹਨਾਂ ਨੂੰ ਜੋ ਇੱਕ ਹਿਸਾਬ ਨਾਲ ਬਹਾਦਰੀ ਹੈ ਜਾਂ ਰਾਜਨੀਤਿਕ ਕੂਟਨੀਤਿਕ ਜੋ ਦਿਮਾਗ ਉਹਨਾਂ ਕੋਲ, ਉਹਨਾਂ ਨੂੰ ਵਿਰਸੇ ਵਿੱਚ ਹੀ ਮਿਲਿਆ ਸੀ। ਜਿਵੇਂ ਕਿ ਉਹਨਾਂ ਦਾ ਦਾਦਾ ਜੀ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ, ਉਹ ਇੱਕ ਕਾਫੀ ਫੇਮਸ ਲੜਾਕਾ ਸੀ, ਜੁਝਾਰੂ ਬੰਦਾ ਸੀ ਉਹ, ਜਿਨ੍ਹਾਂ ਨੇ ਅਬਦਾਲੀ ਨੂੰ 1762 ਈਸਵੀ ਦੇ ਵਿੱਚ 1761-62 ਈਸਵੀ ਦੇ ਵਿੱਚ ਇੱਥੋਂ ਭਜਾਇਆ
ਐਂਡ ਜਿਹਨਾਂ ਦੇ ਵੱਡੇ ਵਡੇਰਿਆਂ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਡੇ ਵਡੇਰੇ ਬਾਰੇ ਜਿਹਦੇ ਬਾਰੇ ਸਾਨੂੰ ਪਤਾ ਲੱਗਦਾ ਆ ਉਹ ਹੈਗਾ ਸਰਦਾਰ ਬੁੱਧ ਸਿੰਘ। ਬੁੱਧ ਸਿੰਘ ਉਹ ਬੰਦਾ ਸੀ ਜੋ ਬੰਦਾ ਬਹਾਦਰ ਜੀ ਦੇ ਨਾਲ ਰਿਹਾ ਐਂਡ ਬੰਦਾ ਬਹਾਦਰ ਜੀ ਦੀ ਸ਼ਹੀਦੀ ਹੋਣ ਤੋਂ ਬਾਅਦ ਉਹ ਗੁਜਰਾਂਵਾਲੇ ਚਲਾ ਗਿਆ। ਉੱਥੇ ਜਾ ਕੇ ਉਸਨੇ ਜਗੀਰ ਖਰੀਦੀ। ਜਗੀਰ ਖਰੀਦ ਕੇ ਆਪਣੀ ਜਿੰਨੀ ਫੈਮਿਲੀ ਆ ਉੱਥੇ ਲੈ ਗਿਆ ਐਂਡ ਉੱਥੇ ਉਹਨੇ ਰਹਿਣਾ ਸ਼ੁਰੂ ਕਰ ਦਿੱਤਾ। ਸੋ ਅੱਗੇ ਆਪਾਂ ਰਣਜੀਤ ਸਿੰਘ ਬਾਰੇ ਗੱਲ ਕਰਦੇ ਹਾਂ ਕਿ ਰਣਜੀਤ ਸਿੰਘ 10 ਸਾਲ ਦਾ ਸੀਗਾ ਜਦੋਂ ਉਹਨਾਂ ਦੇ ਫਾਦਰ ਸਰਦਾਰ ਮਾਨ ਸਿੰਘ ਜੀ ਦੀ ਇੱਕ ਮੁਹਿੰਮ ਵਿੱਚ ਜਾਇਆ ਡੈਥ ਹੋ ਜਾਂਦੀ ਹੈ। ਜਦੋਂ ਰਣਜੀਤ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਰਣਜੀਤ ਸਿੰਘ ਘਬਰਾਉਂਦਾ ਨਹੀਂ, ਉਹ ਆਪਣੇ ਸ਼ਸਤਰ ਲੈਂਦਾ, ਸੈਨਾ ਲੈਂਦਾ ਐਂਡ ਜੰਗ ਵਿੱਚ ਚਲਾ ਜਾਂਦਾ। ਜੰਗ ਵਿੱਚ ਜਾ ਕੇ ਜੋ ਚੱਠਿਆਂ ਦੇ ਖਿਲਾਫ ਜੰਗ ਹੋ ਰਹੀ ਸੀ ਉਹਦੇ ਵਿੱਚ ਜਾ ਕੇ ਉਹ ਦੁਸ਼ਮਣ ਨੂੰ ਹਰਾਉਂਦਾ ਹੈ। ਸੋ ਰਣਜੀਤ ਸਿੰਘ ਕਿਉਂਕਿ ਅਜੇ ਨਾਬਾਲਗ ਸੀ ਤਾਂ ਇਹ ਸੋਚਿਆ ਗਿਆ ਕਿ ਇਸ ਦੀ ਜੋ ਕਮਾਨ ਹੈ ਉਸ ਦੇ ਲਈ ਕਿਸੇ ਇੱਦਾਂ ਦੇ ਸੂਝਵਾਨ ਪਰਸਨ ਨੂੰ, ਸੂਝਵਾਨ ਪ੍ਰਤੀਨਿਧੀਆਂ ਨੂੰ ਨਿਯੁਕਤ ਕੀਤਾ ਜਾਵੇ ਜੋ ਇਹਦੇ ਬਾਲਗ ਹੋਣ ਤੱਕ ਇਹਦਾ ਰਾਜਨੀਤਿਕ ਸੂਝ-ਬੂਝ ਇਹਦੇ ਵਿੱਚ ਵਿਕਸਿਤ ਕਰਨ। ਸਭ ਤੋਂ ਪਹਿਲਾਂ ਉਹਨਾਂ ਦੇ ਜੋ ਮਾਤਾ ਰਾਜ ਕੌਰ ਐਂਡ ਦੀਵਾਨ ਲਖਪਤ ਰਾਏ ਇਹ 1792 ਈਸਵੀ ਤੱਕ 1792 ਤੋਂ 95 ਈਸਵੀ ਤੱਕ ਰਣਜੀਤ ਸਿੰਘ ਦੇ ਮਾਰਗਦਰਸ਼ਕ ਬਣੇ ਰਹੇ। ਹੁਣ ਗੱਲ ਕਰਦੇ ਹਾਂ ਕਿ ਘਨੱਈਆ ਮਿਸਲ ਦੀ। ਘਨੱਈਆ ਮਿਸਲ ਉਸ ਸਮੇਂ ਦੀ ਕਾਫੀ ਸ਼ਕਤੀਸ਼ਾਲੀ ਮਿਸਲ ਸੀ। ਗੁਰਬਖਸ਼ ਸਿੰਘ ਦੀ ਵਾਈਫ ਸਦਾ ਕੌਰ, ਗੁਰਬਖਸ਼ ਸਿੰਘ ਦੀ ਡੈਥ ਤੋਂ ਬਾਅਦ ਉਹਦੀ ਜੋ ਵਾਈਫ ਹੈ ਸਦਾ ਕੌਰ, ਉਹ ਘਨੱਈਆ ਮਿਸਲ ਦਾ ਜੋ ਵੀ ਸਾਰਾ ਕੰਮ ਕਾਰ ਹੈ ਉਹ ਦੇਖ ਰਹੇ ਸੀ। ਉਹਨਾਂ ਨੇ ਆਪਣੀ ਪੁੱਤਰੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਨਾਲ 16 ਸਾਲ ਦੀ ਉਮਰ ਵਿੱਚ 1796 ਵਿੱਚ ਕਰ ਦਿੱਤਾ। 1796 ਵਿੱਚ ਰਣਜੀਤ ਸਿੰਘ ਦਾ ਵਿਆਹ ਹੋ ਗਿਆ ਐਂਡ ਘਨੱਈਆ ਮਿਸਲ ਅਤੇ ਸ਼ੁਕਰ ਚੱਕੀਆ ਮਿਸਲ ਇਹ ਦੋਨੋਂ ਮਿਸਲਾਂ ਵਿੱਚ ਦੋਸਤੀ ਵੱਧ ਗਈ। ਹੁਣ ਜੇ ਅੱਗੇ ਦੇਖੀਏ ਤਾਂ ਇਹ ਦੋਸਤੀ ਦੇ ਨਾਲ ਨਾਲ ਰਣਜੀਤ ਸਿੰਘ ਨੂੰ ਦੋ ਫਾਇਦੇ ਹੋਏ। ਪਹਿਲਾ ਫਾਇਦਾ ਇਹ ਸੀ ਕਿ ਇੱਕ ਤਾਂ ਉਸਨੂੰ ਘਨੱਈਆ ਮਿਸਲ ਜੋ ਕਾਫੀ ਸ਼ਕਤੀਸ਼ਾਲੀ ਮਿਸਲ ਹੈ ਉਹਦਾ ਸਾਥ ਮਿਲ ਗਿਆ। ਹੁਣ ਅੱਗੇ ਤੋਂ ਜੇ ਕੋਈ ਵੀ ਲੜਾਈ ਹੋਏਗੀ ਤਾਂ ਘਨੱਈਆ ਮਿਸਲ ਉਹਦੇ ਨਾਲ ਮੋਢਾ ਜੋੜ ਕੇ ਖੜੇਗੀ, ਸਾਥ ਦੇਵੇਗੀ। ਐਂਡ ਦੂਜਾ ਫਾਇਦਾ ਇਹ ਹੋਇਆ ਕਿ ਉਸ ਦੀ ਸੱਸ ਸਦਾ ਕੌਰ ਦੀਆਂ ਉਸ ਨੂੰ ਸੇਵਾਵਾਂ ਮਿਲ ਗਈਆਂ। ਉਹਦੀ ਸੱਸ ਸਦਾ ਕੌਰ ਰਾਜਨੀਤਿਕ ਤੌਰ 'ਤੇ ਕਾਫੀ ਜ਼ਿਆਦਾ ਦਬਦਬਾ ਰੱਖਣ ਵਾਲੀ ਸੱਸ ਸੀ, ਔਰਤ ਸੀ। ਉਸ ਨੇ ਰਾਜ ਕੌਰ ਐਂਡ ਦੀਵਾਨ ਲਖਪਤ ਰਾਏ ਨਾਲ ਮਿਲ ਕੇ ਇੱਕ ਤਿੱਕੜੀ ਬਣਾ ਲਈ। ਇਸ ਤਿੱਕੜੀ ਨੇ ਰਣਜੀਤ ਸਿੰਘ ਦਾ ਮਾਰਗਦਰਸ਼ਕ 1799 ਈਸਵੀ ਤੱਕ ਕੀਤਾ। 1799 ਤੋਂ ਬਾਅਦ ਉੱਥੋਂ ਤੱਕ ਆਉਂਦਿਆਂ 1790 ਤੋਂ ਲੈ ਕੇ 1799 ਤੱਕ ਆਉਂਦਿਆਂ ਰਣਜੀਤ ਸਿੰਘ ਨੇ ਲਾਹੌਰ ਦੀ ਜੰਗ ਵਿੱਚ ਹਿੱਸਾ ਲਿਆ ਐਂਡ ਲਾਹੌਰ 'ਤੇ ਕਬਜ਼ਾ ਕਰ ਲਿਆ। ਲਾਹੌਰ 'ਤੇ ਉਸ ਸਮੇਂ ਰਾਜ ਸੀ ਭੰਗੀ ਮਿਸਲ ਵਾਲਿਆਂ ਦਾ। ਹੁਣ ਜਿਵੇਂ ਕਿ ਸਰ ਤੁਹਾਡਾ ਕੁਐਸਚਨ ਹੈ ਕਿ ਕਿਹੜੀਆਂ ਮਿਸਲਾਂ ਸੀਗੀਆਂ ਜਿਨ੍ਹਾਂ ਰਣਜੀਤ ਸਿੰਘ ਨੇ ਕਮਜ਼ੋਰ ਮਿਸਲਾਂ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਐਂਡ ਕਿਹੜੀਆਂ ਮਿਸਲਾਂ ਸੀਗੀਆਂ ਜਿਨ੍ਹਾਂ ਨੇ ਤਾਂ ਸੰਬੰਧ ਸਥਾਪਿਤ ਕੀਤੇ। ਸੋ ਸਰ ਇਸ ਕੁਐਸਚਨ ਵੱਲ ਆਉਂਦੇ ਹੋਇਆਂ ਅਸੀਂ ਇਹ ਦੇਖਦੇ ਹਾਂ ਕਿ 1790 ਤੱਕ ਆਉਂਦਿਆਂ 4-5 ਮਿਸਲਾਂ ਇੱਦਾਂ ਦੀਆਂ ਸੀਗੀਆਂ ਜਿਨ੍ਹਾਂ ਨੂੰ ਸ਼ੁਕਰ ਚੱਕੀਆ ਮਿਸਲ ਦਾ ਸਰਦਾਰ ਮਾਨ ਸਿੰਘ ਪਹਿਲਾਂ ਹੀ ਆਪਣੇ ਕਬਜ਼ੇ ਵਿੱਚ ਕਰ ਚੁੱਕਾ ਸੀ ਜਾਂ ਉਹਦੀ ਸ਼ਕਤੀ ਖਤਮ ਕਰ ਚੁੱਕਾ ਸੀ। ਹੁਣ ਸਿਰਫ 6-7 ਮਿਸਲਾਂ ਇੱਦਾਂ ਦੀਆਂ ਰਹਿ ਗਈਆਂ ਸਨ ਜਿਹੜੀਆਂ ਕਾਫੀ ਸ਼ਕਤੀਸ਼ਾਲੀ ਸਨ ਐਂਡ ਜਿਹੜੀਆਂ ਰਣਜੀਤ ਸਿੰਘ ਨੂੰ ਨੁਕਸਾਨ ਪਹੁੰਚਾ ਸਕਦੀਆਂ। ਉਹਨਾਂ 'ਚੋਂ ਪਹਿਲੀ ਮਿਸਲ ਹੈਗੀ ਹੈ ਘਨੱਈਆ ਮਿਸਲ। ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਘਨੱਈਆ ਮਿਸਲ ਦੇ ਨਾਲ ਰਣਜੀਤ ਸਿੰਘ ਦੇ ਵਿਵਾਹਿਕ ਸੰਬੰਧ ਸਥਾਪਿਤ ਹੋ ਚੁੱਕੇ ਸਨ ਐਂਡ ਉਸ ਤੋਂ ਉਹਨੂੰ ਕੋਈ ਬਹੁਤ ਜ਼ਿਆਦਾ ਖਤਰਾ ਨਹੀਂ ਸੀ ਰਹਿ ਗਿਆ। ਪਰ ਜਦੋਂ 1799 ਵਿੱਚ ਲਾਹੌਰ ਦੀ ਜਿੱਤ ਹੁੰਦੀ ਹੈ, ਰਣਜੀਤ ਸਿੰਘ ਲਾਹੌਰ 'ਤੇ ਕਾਬਜ਼ ਹੋ ਜਾਂਦਾ ਆ। ਉਸ ਤੋਂ ਇਨੀਸ਼ੀਅਲੀ ਬਾਅਦ ਵਿੱਚ ਰਣਜੀਤ ਸਿੰਘ ਹੁਣ ਉੱਡਣਾ ਚਾਹੁੰਦਾ। ਉਹ ਨਹੀਂ ਚਾਹੁੰਦਾ ਕਿ ਮੇਰੇ ਉੱਪਰ ਕਿਸੇ ਦੇ ਵੀ ਸਰਪ੍ਰਸਤੀ ਰਹੇ, ਮੈਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕੰਮ ਕਰਾਂ। ਉਹ ਚਾਹੁੰਦਾ ਕਿ ਮੈਂ ਆਪਣੇ ਸਵੈ ਮਾਨ ਨਾਲ, ਆਪਣੀ ਸਵੈ ਇੱਛਾ ਨਾਲ ਕੰਮ ਕਰਾਂ ਐਂਡ ਇਹ ਸਵੈ ਇੱਛਾ ਨਾਲ ਕੰਮ ਕਰਨ ਦੇ ਲਈ ਉਸ ਦੀ ਸੱਸ ਸਦਾ ਕੌਰ ਨਾਲ ਅਣਬਣ ਹੋ ਗਈ। 1 ਸਾਲ ਬਾਅਦ 1800 ਦੇ ਵਿੱਚ ਆਸ-ਪਾਸ ਕਿਹਾ ਜਾਂਦਾ ਹੈ ਕਿ ਦੀਵਾਨ ਲਖਪਤ ਰਾਏ ਐਂਡ ਉਹਦੀ ਮਾਤਾ ਰਾਜ ਕੌਰ ਇਹ ਦੋਨਾਂ ਦੀ ਡੈਥ ਹੋ ਜਾਂਦੀ ਹੈ। ਕਈ ਇਤਿਹਾਸਕਾਰ ਕਹਿੰਦੇ ਕਿ ਕਤਲ ਸੀ, ਪਰ ਜਿਵੇਂ ਕਿ ਕੁਝ ਇਤਿਹਾਸਕਾਰਾਂ ਵਿੱਚ ਆਪਸੀ ਮਤਭੇਦ ਹੈ। ਕਈ ਕਹਿੰਦੇ ਕਤਲ ਸੀ, ਕਈ ਕਹਿੰਦੇ ਕਿ ਨਹੀਂ ਇਹਨਾਂ ਦੀ ਕੁਦਰਤੀ ਮੌਤ ਹੋਈ ਸੀ। ਚਲੋ ਰਣਜੀਤ ਸਿੰਘ ਦੀ ਸਰਪ੍ਰਸਤੀ ਵਿੱਚੋਂ ਜਿਹੜੀ ਤਿੱਕੜੀ ਦੀ ਸਰਪ੍ਰਸਤੀ ਸੀ ਉਹਦੇ 'ਚੋਂ 2 ਬੰਦੇ ਐਲੀਮੀਨੇਟ ਹੋ ਗਏ ਐਂਡ ਇੱਕ ਰਹਿ ਗਈ ਸਦਾ ਕੌਰ। 2 ਸਾਲ ਬਾਅਦ ਉਹਦੀ ਸਦਾ ਕੌਰ ਨਾਲ ਵਿਗੜ ਗਈ। ਅੰਮ੍ਰਿਤਸਰ ਦੀ ਜੋ ਜੰਗ ਹੈ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਉਸ ਦੇ ਸੰਬੰਧ ਵਿੱਚ ਆ ਕੇ ਉਹਦੀ ਸੱਸ ਸਦਾ ਕੌਰ ਨਾਲ ਵਿਗੜ ਗਈ ਐਂਡ ਉਸ ਨੇ ਉਹਨਾਂ ਨੂੰ ਇੱਕ ਵੱਖਰਾ ਇਲਾਕਾ ਦੇ ਦਿੱਤਾ। 1820 ਤੱਕ ਆਉਂਦਿਆਂ ਉਹਦੀ ਸੱਸ ਸਦਾ ਕੌਰ ਨੇ
ਕਿਹਾ ਜਾਣ ਲੱਗ ਪਿਆ ਸੀ ਕਿ ਉਹ ਅੰਗਰੇਜ਼ਾਂ ਕੋਲ ਗਈ, ਅੰਗਰੇਜ਼ਾਂ ਦੀ ਸ਼ਰਨ ਵਿੱਚ ਗਈ। ਐਂਡ ਉਹ ਚਾਹੁੰਦੀ ਸੀ ਕਿ ਮੇਰਾ ਜੋ ਅੱਗੇ ਪੁੱਤਰ ਹੈ ਉਸ ਨੂੰ ਰਣਜੀਤ ਸਿੰਘ ਵੱਧ ਜਾਗੀਰ ਦੇਵੇ। ਇਸ ਗੱਲ ਦਾ ਪਤਾ ਰਣਜੀਤ ਸਿੰਘ ਨੂੰ ਲੱਗਾ। ਉਸ ਨੇ ਸੋਚਿਆ ਕਿ ਇਹ ਮੇਰੇ ਲਈ ਕਾਫੀ ਖਤਰਨਾਕ ਹੋ ਸਕਦੀ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬਾਰਕਜ਼ਈ ਕਬੀਲੇ ਦੇ ਜੋ ਕਾਬਲ ਤੇ ਅਫਗਾਨਿਸਤਾਨ ਦੇ ਜੋ ਹਾਕਮ ਸਨ ਉਹ ਵੀ ਐਂਡ ਅੰਗਰੇਜ਼ ਵੀ, ਚਾਹੇ ਕਿ ਅੰਗਰੇਜ਼ਾਂ ਦੇ ਨਾਲ ਰਣਜੀਤ ਸਿੰਘ ਦੀ ਮਿੱਤਰਤਾਪੂਰਨ ਸੰਧੀ ਸੀ, ਪਰ ਉਹ ਵੀ ਰਣਜੀਤ ਸਿੰਘ ਦੇ ਰਾਜ ਨੂੰ ਵਾਧਾ ਹੋਇਆ ਨਹੀਂ ਦੇ ਸਕਦੇ ਸੀ। ਹੁਣ ਰਣਜੀਤ ਸਿੰਘ ਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਉਸਨੇ ਸੱਸ ਸਦਾ ਕੌਰ ਨੂੰ ਕੈਦ ਵਿੱਚ ਲੈ ਲਿਆ। ਕੈਦ ਵਿੱਚ ਲੈਣ ਤੋਂ ਬਾਅਦ ਉਸਨੇ ਜਗੀਰ ਲਾ ਦਿੱਤੀ। ਐਂਡ ਕਿਹਾ ਜਾਂਦਾ ਹੈ ਕਿ 1821 ਈਸਵੀ ਨੂੰ ਉਹਦੀ ਸੱਸ ਸਦਾ ਕੌਰ ਦੀ ਮੌਤ ਹੋ ਗਈ ਐਂਡ ਘਨਿਆ ਮਿਸਲ ਉੱਪਰ ਰਣਜੀਤ ਸਿੰਘ ਨੇ ਆਪਣਾ ਕਬਜ਼ਾ ਜਮਾ ਲਿਆ। ਹੁਣ ਦੂਜੀ ਮਿਸਲ ਦੀ ਗੱਲ ਕਰਦੇ ਹਾਂ, ਆਹਲੂਵਾਲੀਆ ਮਿਸਲ। ਆਹਲੂਵਾਲੀਆ ਮਿਸਲ ਉੱਪਰ ਬਹੁਤ ਹੀ ਸ਼ਕਤੀਸ਼ਾਲੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੀਗਾ, ਜੋ ਉਹਨਾਂ ਦੇ ਨਾਮ 'ਤੇ ਇਹ ਮਿਸਲ ਦਾ ਨਾਮ ਪਿਆ। ਜੱਸਾ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਬੇਟਾ ਬਹੁਤ ਹੀ ਯੋਗ ਸੂਝਵਾਨ ਸੈਨਾਪਤੀ ਫਤਿਹ ਸਿੰਘ ਆਹਲੂਵਾਲੀਆ ਰਣਜੀਤ ਸਿੰਘ ਨਾਲ ਮਿਲ ਕੇ ਲਗਭਗ ਹਰ ਇੱਕ ਜੰਗ ਐਂਡ ਮੁਹਿੰਮ ਵਿੱਚ ਹਿੱਸਾ ਲੈਂਦਾ ਰਿਹਾ। ਇਹਨਾਂ ਦੋਨਾਂ ਦੇ ਵਿਚਕਾਰ ਕਾਫੀ ਵਾਰ ਅਣਬਣ ਹੋਈ। 1820 ਵਿੱਚ, 1827 ਵਿੱਚ। ਇੱਕ ਵਾਰ ਤਾਂ ਫਤਿਹ ਸਿੰਘ ਆਹਲੂਵਾਲੀਆ ਨੂੰ ਇਹ ਡਰ ਪੈ ਗਿਆ ਕਿ ਜਿਵੇਂ ਬਾਕੀ ਮਿਸਲਾਂ ਨਾਲ ਹੋਇਆ ਮੇਰੀ ਮਿਸਲ ਨਾਲ ਵੀ ਇੱਦਾਂ ਹੀ ਹੋਣਾ, ਤਾਂ ਉਹ 1827 ਦੇ ਆਸ-ਪਾਸ ਰਣਜੀਤ ਸਿੰਘ ਨੂੰ ਬਿਨਾਂ ਦੱਸੇ ਉੱਥੋਂ ਚੋਰੀ ਛਿੱਪੀ ਭੱਜ ਗਏ। ਉੱਥੇ ਜਾ ਕੇ ਉੱਥੋਂ ਭੱਜ ਕੇ ਉਸਨੇ ਸਤਲੁਜ ਪਾਰ ਕੀਤਾ ਐਂਡ ਸਤਲੁਜ ਪਾਰ ਕਰਕੇ ਅੰਗਰੇਜ਼ਾਂ ਨੂੰ ਕਿਹਾ ਕਿ ਮੇਰੀ ਰੱਖਿਆ ਕਰੋ। ਪਰ ਅੰਗਰੇਜ਼ ਜੋ ਰਣਜੀਤ ਸਿੰਘ ਨਾਲ ਕੋਈ ਵੀ ਦੁਸ਼ਮਣੀ ਮੁੱਲ ਨਹੀਂ ਲੈਣਾ ਚਾਹੁੰਦੇ ਸੀ ਉਸ ਸਮੇਂ, ਉਹਨਾਂ ਨੇ ਫਤਿਹ ਸਿੰਘ ਨੂੰ ਸਮਝਾਇਆ ਐਂਡ ਵਾਪਸ ਭੇਜ ਦਿੱਤਾ। ਰਣਜੀਤ ਸਿੰਘ ਨੇ ਵੀ ਫਤਿਹ ਸਿੰਘ ਨੂੰ ਇੱਕ ਮੈਮੋਰੰਡਮ ਲਿਖ ਕੇ ਦਿੱਤਾ, ਐਫੀਡੇਵਿਟ ਲਿਖ ਕੇ ਦਿੱਤਾ। ਉਸ ਨੇ ਉਹਨੂੰ ਕਿਹਾ ਕਿ ਤੁਹਾਡੀ ਜੋ ਮਿਸਲ ਹੈ ਉਹ ਸਦੀਵੀ ਰਹੇਗੀ, ਇਸ ਉੱਪਰ ਮੈਂ ਜਾਂ ਮੇਰਾ ਅੱਗੇ ਤੋਂ ਕੋਈ ਵੀ ਜੋ ਜਾਨਨਸ਼ੀਨ ਹੈ ਉਹ ਕਬਜ਼ਾ ਨਹੀਂ ਕਰੇਗਾ। ਸੋ ਆਹਲੂਵਾਲੀਆ ਮਿਸਲ ਜੋ ਹੈ ਉਹਦੇ ਨਾਲ ਰਣਜੀਤ ਸਿੰਘ ਦੇ ਜੋ ਸੰਬੰਧ ਹੈ ਉਹ ਤਾਂ ਉਮਰ ਬਹੁਤ ਵਧੀਆ ਰਹੇ। ਹੁਣ ਗੱਲ ਕਰਦੇ ਹਾਂ ਡੱਲੇਵਾਲੀਆ ਮਿਸਲ ਦੀ। ਇਹ ਮਿਸਲ ਵੀ ਆਪਣੇ ਸਮੇਂ ਵਿੱਚ ਬਹੁਤ ਸ਼ਕਤੀਸ਼ਾਲੀ ਮਿਸਲ ਸੀ। ਇਸ ਮਿਸਲ ਨੂੰ 1800 ਤੋਂ ਬਾਅਦ ਵਿੱਚ ਤਾਰਾ ਸਿੰਘ ਘੇਬਾ ਨਾਮ ਦਾ ਜੋ ਬੰਦਾ ਹੈ ਉਹ ਚਲਾ ਰਿਹਾ ਸੀ। ਉਸ ਨੇ ਇਹ ਮਿਸਲ ਨੂੰ ਚਲਾਉਂਦਿਆਂ ਹੋਇਆਂ ਰਣਜੀਤ ਸਿੰਘ ਦੀ ਇੱਕ ਨਹੀਂ ਮੰਨੀ। ਰਣਜੀਤ ਸਿੰਘ ਨੇ ਉਸ ਨੂੰ ਕਈ ਵਾਰ ਕਿਹਾ ਕਿ ਤੂੰ ਸਾਡਾ ਮਿਸਲਦਾਰ ਬਣ ਜਾ, ਸਾਡੇ ਅਧੀਨ ਆ ਜਾ, ਪਰ ਤਾਰਾ ਸਿੰਘ ਘੇਬਾ ਨੇ ਕਈ ਵਾਰ ਇਹ ਚੀਜ਼ਾਂ ਮੰਨ ਕੇ ਕਿ ਠੀਕ ਹੈ ਮੈਂ ਆਪਣਾ ਜੋ ਵੀ ਲਗਾਨ ਹੈ ਉਹ 1 ਸਾਲ ਤੁਹਾਨੂੰ ਮੈਂ ਜਮ੍ਹਾਂ ਕਰਵਾਇਆ ਕਰਾਂਗਾ, ਉਸਨੇ ਇਹ ਗੱਲ ਕਹਿ ਕੇ ਕਈ ਵਾਰ ਲਗਾਨ ਜਮ੍ਹਾਂ ਨਹੀਂ ਕਰਵਾਇਆ। 1807 ਨੂੰ ਅਚਾਨਕ ਤਾਰਾ ਸਿੰਘ ਘੇਬਾ ਦੀ ਡੈਥ ਹੋ ਗਈ। ਰਣਜੀਤ ਸਿੰਘ ਨੂੰ ਪਤਾ ਲੱਗ ਗਿਆ। ਉਹਨਾਂ ਨੇ ਦੀਵਾਨ ਮੋਹਕਮ ਚੰਦ ਦੇ ਥੱਲੇ ਇੱਕ ਸੈਨਾ ਭੇਜੀ ਐਂਡ ਡੱਲੇਵਾਲੀਆ ਮਿਸਲ ਦੇ ਉੱਪਰ ਕਬਜ਼ਾ ਕਰ ਲਿਆ। ਹੁਣ ਗੱਲ ਕਰਦੇ ਹਾਂ ਸਰ ਭੰਗੀ ਮਿਸਲ ਦੀ, ਜੋ ਕਿ ਆਪਣੇ ਸਮੇਂ ਵਿੱਚ ਬਹੁਤ ਹੀ ਚੜ੍ਹਤ ਵਾਲੀ ਮਿਸਲ ਸੀ। ਭੰਗੀ ਮਿਸਲ ਉੱਪਰ ਉਸ ਸਮੇਂ ਹਰੀ ਸਿੰਘ ਭੰਗੀ ਰੂਲ ਕਰਦਾ ਸੀ, ਜਦੋਂ ਉਹਨਾਂ ਨੇ ਅਬਦਾਲੀ ਦਾ ਡਟ ਕੇ ਟਾਕਰਾ ਕੀਤਾ ਸੀ। ਪਰ ਹੌਲੀ ਹੌਲੀ ਸਮਾਂ ਪੈਣ ਦੇ ਨਾਲ ਨਾਲ ਭੰਗੀ ਮਿਸਲ ਭ੍ਰਿਸ਼ਟਾਚਾਰ ਵਿੱਚ ਕਾਫੀ ਜ਼ਿਆਦਾ ਫੈਲ ਗਈ। ਇਹਨਾਂ ਦੇ ਜੋ ਆਪਣੇ ਅਸੂਲ ਨੇ ਉਹ ਨੈਤਿਕ ਪੱਧਰ ਤੋਂ ਡਿੱਗ ਪਏ। ਇਹਨਾਂ ਨੇ ਲਾਹੌਰ ਦੇ ਸ਼ਹਿਰ ਜੋ ਇਹਨਾਂ ਦਾ ਏਰੀਆ ਸੀਗਾ, ਮਾਝੇ ਦਾ ਏਰੀਆ, ਇਹਨਾਂ ਨੇ ਲਾਹੌਰ ਦੇ ਲੋਕਾਂ ਨੂੰ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ। ਲਹਿਣਾ ਸਿੰਘ ਭੰਗੀ ਐਂਡ ਚੇਤ ਸਿੰਘ ਭੰਗੀ ਜੋ ਉਸ ਸਮੇਂ ਲਾਹੌਰ ਦੇ ਕਿਲ੍ਹੇ ਉੱਪਰ ਕਾਬਜ਼ ਸੀਗੇ। ਰਣਜੀਤ ਸਿੰਘ ਨੇ 1799 ਵਿੱਚ ਲਾਹੌਰ ਉੱਪਰ ਕਬਜ਼ਾ ਕਰਕੇ ਭੰਗੀ ਮਿਸਲ ਦਾ ਜੋ ਇੱਕ ਕਿਸਮ ਦਾ ਗੜ੍ਹ ਸੀ, ਘਰ ਸੀ, ਉਹ ਤੋੜ ਦਿੱਤਾ। ਇਹ ਤੋਂ ਬਾਅਦ ਵਿੱਚ ਜੋ ਭੰਗੀ ਨੇ ਉਹ ਅੰਮ੍ਰਿਤਸਰ ਦੇ ਕਿਲ੍ਹੇ ਵਿੱਚ ਜਾ ਕੇ ਕਾਬਜ਼ ਹੋ ਗਏ। 1805 ਵਿੱਚ ਅੰਮ੍ਰਿਤਸਰ ਦੀ ਲੜਾਈ ਹੋਈ ਐਂਡ ਦੋਨੋਂ ਧਿਰਾਂ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਆ ਕੇ ਖੜੀਆਂ ਹੋ ਗਈਆਂ। ਪਰ ਕਈ ਸੂਝਵਾਨ ਬੰਦਿਆਂ ਦੇ ਵਿੱਚ ਪੈਣ ਕਰਕੇ ਅੰਮ੍ਰਿਤਸਰ ਦੀ ਜੋ ਜੰਗ ਹੈ ਉਹ ਲਹਿਣਾ ਸਿੰਘ ਐਂਡ ਚੇਤ ਸਿੰਘ ਐਂਡ ਫਤਿਹ ਸਿੰਘ ਭੰਗੀ ਨੇ ਬਿਨਾਂ ਕਿਸੇ ਗੋਲੀ ਚਲਾਇਆ ਜਾਂ ਬਿਨਾਂ ਕਿਸੇ ਕੋਈ ਬੰਦਾ ਮਰਵਾਇਆ ਉਹਨਾਂ ਨੇ ਰਣਜੀਤ ਸਿੰਘ ਦੀ ਅਧੀਨਗੀ ਮੰਨ ਲਈ। ਰਣਜੀਤ ਸਿੰਘ ਨੂੰ ਇਸ ਨਾਲ ਬਹੁਤ ਫਾਇਦਾ ਹੋਇਆ। ਪਹਿਲਾ ਫਾਇਦਾ ਰਣਜੀਤ ਸਿੰਘ ਨੂੰ ਇਹ ਹੋਇਆ ਕਿ ਅੰਮ੍ਰਿਤਸਰ ਉਹਨਾਂ ਸਮਿਆਂ ਦੇ ਵਿੱਚ ਵਪਾਰਕ ਹੱਬ ਬਣਦਾ ਜਾ ਰਿਹਾ ਸੀ। ਅੰਮ੍ਰਿਤਸਰ ਵਿੱਚ ਦੂਰ ਦੁਰਾਡੇ ਤੋਂ ਲੋਕ ਆਉਂਦੇ ਸੀ ਆਪਣਾ ਸਮਾਨ ਲੈ ਕੇ ਐਂਡ ਇੱਥੇ ਵੇਚਦੇ ਸੀ। ਐਂਡ ਅੰਮ੍ਰਿਤਸਰ ਲਾਹੌਰ ਦੇ ਬਿਲਕੁਲ ਨਾਲ ਪੈਂਦਾ ਹੈ, ਸੋ ਉੱਤੇ ਕਬਜ਼ਾ ਹੋਣ ਨਾਲ ਵਪਾਰਕ ਜੋ ਸੰਬੰਧ ਨੇ ਬਾਕੀਆਂ ਦੇ ਜੋ ਵੀ ਬਾਕੀ ਜਿੰਨੇ ਵੀ ਆਸ-ਪਾਸ ਸੂਬੇ ਆ ਉਹਨਾਂ ਨਾਲ ਵਧਾਏ ਜਾ ਸਕਦੇ ਸੀ। ਦੂਜਾ ਫਾਇਦਾ ਰਣਜੀਤ ਸਿੰਘ ਨੂੰ ਇਹ ਹੋਇਆ ਕਿ ਉਸ ਨੂੰ ਬਹੁਤ ਹੀ ਨਿਧੜਕ ਅਤੇ ਜੋਸ਼ੀਲੇ ਧਾਰਮਿਕ ਜੋਸ਼ੀਲੇ ਜੋ ਉਸ ਸਮੇਂ ਸਿੰਘ ਸੀਗੇ ਅਕਾਲੀ ਫੂਲਾ ਸਿੰਘ ਦੇ ਅਧੀਨ ਉਹਨਾਂ ਦੀਆਂ ਸੇਵਾਵਾਂ ਮਿਲੀਆਂ। ਸੋ 1805 ਤੋਂ ਬਾਅਦ ਸਾਨੂੰ ਭੰਗੀ ਮਿਸਲ
ਇੰਡੀਪੈਂਡੈਂਟ ਤੌਰ 'ਤੇ ਨਜ਼ਰ ਨਹੀਂ ਆਉਂਦੀ ਐਂਡ ਉੱਥੇ ਹੀ ਭੰਗੀ ਮਿਸਲ ਖਤਮ ਹੋ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਨਕਈ ਮਿਸਲ ਦੀ। ਇਹ ਮਿਸਲ ਵੀ 1760-70 ਦੇ ਆਸ-ਪਾਸ ਕਾਫੀ ਜ਼ਿਆਦਾ ਮੋਟੀਵੇਟ ਸੀ ਆਪਣੇ ਏਰੀਆ ਵਿੱਚ। ਇਸ ਦਾ ਏਰੀਆ ਲਗਭਗ ਜਲੰਧਰ ਵਾਲੀ ਸਾਈਡ 'ਤੇ ਪੈਂਦਾ ਸੀ। ਇਹਨਾਂ ਨੇ ਆਪਣੇ ਏਰੀਏ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਵੀ ਮੁਗਲ ਜੋ ਰੂਲਰ ਹੈ ਜਾਂ ਕੋਈ ਵੀ ਮੁਗਲ ਸਰਦਾਰ ਹੈ ਉਹ ਵੜਨ ਨਹੀਂ ਸੀ ਦਿੰਦੇ। 1800 ਤੋਂ ਬਾਅਦ ਵਿੱਚ ਜੋ ਨਕਈ ਮਿਸਲ ਹੈ ਉਸ ਦੇ ਉੱਪਰ ਰਾਣੀ ਰਾਜ ਕੌਰ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਾਈਫ ਸੀ, ਉਹਨਾਂ ਦਾ ਭਤੀਜਾ ਕਾਹਨ ਸਿੰਘ ਨਕਈ ਹੈ, ਉਹ ਰੂਲ ਕਰਦਾ ਪਿਆ। ਕਾਹਨ ਸਿੰਘ ਨਕਈ ਨੇ ਐਂਡ ਰਾਣੀ ਰਾਜ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਕਰਾਰ ਕੀਤਾ ਹੋਇਆ ਕਿ ਹਰ ਸਾਲ ਤੁਹਾਨੂੰ ਇੰਨੀ ਜੋ ਰਕਮ ਹੈ, ਇੰਨਾ ਮਾਲੀਆ ਹੈ, ਉਹ ਅਸੀਂ ਦੇਵਾਂਗੇ। ਹਰ 2 ਸਾਲਾਂ ਬਾਅਦ ਮਾਲੀਆ ਨਹੀਂ ਆਉਂਦਾ। ਜਦੋਂ ਹਰ ਸਾਲ ਮਾਲੀਆ ਨਹੀਂ ਆ ਰਿਹਾ ਤਾਂ 2-3 ਸਾਲ ਵੇਖ ਕੇ ਐਟ ਦੀ ਐਂਡ 1810 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਨਕਈ ਮਿਸਲ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਐਂਡ ਕਾਹਨ ਸਿੰਘ ਐਂਡ ਰਾਣੀ ਰਾਜ ਕੌਰ ਨੂੰ ਇੱਕ ਜਾਗੀਰ ਬਖਸ਼ ਦਿੱਤੀ। ਸੋ ਇਸ ਤਰ੍ਹਾਂ ਰਣਜੀਤ ਸਿੰਘ ਨੇ ਆਪਣੀਆਂ ਜੋ ਦੁਸ਼ਮਣ ਐਂਡ ਮਿੱਤਰਤਾਪੂਰਨ ਜੋ ਵੀ ਮਿਸਲਾਂ ਨੇ ਉਹਨਾਂ ਨਾਲ ਕਈਆਂ ਨਾਲ ਮਿੱਤਰਤਾਪੂਰਨ ਵਿਵਹਾਰ ਕਰਕੇ, ਕਈਆਂ ਨਾਲ ਲੜ ਕੇ, ਦੁਸ਼ਮਣੀ ਵਾਲਾ ਵਿਵਹਾਰ ਕਰਕੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ। ਇੱਕ ਹੋਰ ਮਿਸਲ ਹੈ ਜੋ ਉਸ ਸਮੇਂ ਕਾਫੀ ਫੇਮਸ ਸੀਗੀ, ਫੈਜ਼ਲਪੁਰੀਆ ਮਿਸਲ। ਫੈਜ਼ਲਪੁਰੀਆ ਮਿਸਲ ਨਵਾਬ ਕਪੂਰ ਸਿੰਘ ਦੀ ਮਿਸਲ ਸੀ। ਨਵਾਬ ਕਪੂਰ ਸਿੰਘ ਜਿਸ ਦੇ ਨਾਮ ਨਾਲ ਨਵਾਬੀਆਂ ਲੱਗੀਆਂ ਹੋਈਆਂ ਨੇ। ਨਵਾਬ ਕਪੂਰ ਸਿੰਘ ਤੋਂ ਬਾਅਦ ਵਿੱਚ ਕਈ ਇਹਦੇ ਮਿਸਲਦਾਰ ਸਰਦਾਰ ਆਏ ਐਂਡ 1809-10 ਦੇ ਆਸ-ਪਾਸ ਇਸ ਮਿਸਲ ਨੂੰ ਬੁੱਧ ਸਿੰਘ ਸੰਭਾਲ ਰਿਹਾ ਹੈ। ਮਾਝੇ ਦੇ ਸਾਈਡ ਦੀ ਇਹ ਮਿਸਲ ਹੈ। ਬੁੱਧ ਸਿੰਘ ਨੇ ਵੀ ਰਣਜੀਤ ਸਿੰਘ ਨਾਲ ਕਈ ਤਰ੍ਹਾਂ ਦੇ ਇਕਰਾਰ ਕੀਤੇ ਹੋਏ। ਰਣਜੀਤ ਸਿੰਘ ਕੋਲੋਂ ਉਹਨੇ ਬਹੁਤ ਸਰਵਿਸਿਜ਼ ਲਈਆਂ ਐਂਡ ਉਹਦੇ ਬਦਲੇ ਉਹਨਾਂ ਨੂੰ ਸਾਲਾਨਾ ਮਾਲੀਆ ਦੇਣ ਦਾ ਉਹਨੇ ਜੋ ਚੁਣਿਆ ਹੋਇਆ ਇੱਕ ਤਰੀਕਾ ਕਿ ਇਹਨੂੰ ਸਾਲਾਨਾ ਮਾਲੀਆ ਦੇ ਕੇ ਐਂਡ ਰਣਜੀਤ ਸਿੰਘ ਨੂੰ ਆਪਣੇ ਇਲਾਕੇ ਤੋਂ ਦੂਰ ਰੱਖਿਆ ਜਾਵੇ, ਉਹ ਇੱਦਾਂ ਕਰਦਾ। ਪਰ ਮਾਲੀਆ ਨਹੀਂ ਦਿੰਦਾ ਤਾਂ ਰਣਜੀਤ ਸਿੰਘ ਇੱਕ ਮੌਕਾ ਦੇਖ ਰਿਹਾ ਹੁੰਦਾ। ਉਸਨੇ ਮੌਕਾ ਦੇਖ ਕੇ ਦੀਵਾਨ ਮੋਹਕਮ ਚੰਦ ਦੇ ਅਧੀਨ 4000 ਦੀ ਸੈਨਾ ਭੇਜੀ ਐਂਡ ਬੁੱਧ ਸਿੰਘ ਜੋ ਕਿ ਫੈਜ਼ਲਪੁਰੀਆ ਮਿਸਲ ਉਸ ਸਮੇਂ ਨੇਤਾ ਸੀ, ਉਸ ਨੂੰ ਹਰਾ ਕੇ 1811 ਈਸਵੀ ਦੇ ਵਿੱਚ ਫੈਜ਼ਲਪੁਰੀਆ ਮਿਸਲ ਉੱਪਰ ਕਬਜ਼ਾ ਕਰ ਲਿਆ। ਸੋ ਸਰ ਇਸ ਦੇ ਨਾਲ ਇੱਕ ਹੋਰ ਮਿਸਲ ਸੀਗੀ ਉਸ ਸਮੇਂ ਜਿਹੜੀ ਕਾਫੀ ਫੇਮਸ ਸੀ, ਉਸ ਕਰੋੜ ਸਿੰਘੀਆ ਮਿਸਲ। ਉਸ ਦੇ ਉੱਪਰ ਬਘੇਲ ਸਿੰਘ ਰੂਲ ਕਰਦਾ ਪਿਆ। ਉਸ ਦਾ ਵੀ ਥੋੜ੍ਹਾ ਜਿਹਾ ਇੱਦਾਂ ਹੀ ਰਣਜੀਤ ਸਿੰਘ ਨਾਲ ਕੋਈ ਕਰਾਰ ਸੀ, ਜਿਵੇਂ ਕਿ ਮਾਲੀਆ ਨੂੰ ਲੈ ਕੇ ਜਾਂ ਕੋਈ ਹੋਰ ਸੈਨਿਕ ਨੂੰ ਲੈ ਕੇ। ਉਹਨਾਂ ਨੇ ਆਪਣਾ ਕਰਾਰ ਪੂਰਾ ਨਹੀਂ ਕੀਤਾ। ਰਣਜੀਤ ਸਿੰਘ ਨੇ 1809 ਈਸਵੀ ਵਿੱਚ ਕਰੋੜ ਸਿੰਘੀਆ ਮਿਸਲ ਉੱਪਰ ਵੀ ਕਬਜ਼ਾ ਕਰ ਲਿਆ। ਜੀ ਬਿਲਕੁਲ ਸਰ, ਠੀਕ ਹੈ। ਅੱਛਾ, ਇਸ ਤੋਂ ਅਗਲਾ ਜਿਹੜਾ ਮੇਰਾ ਸਵਾਲ ਉਹ ਹੈ ਮੁਲਤਾਨ ਦੀ ਜਿੱਤ ਬਾਰੇ ਕਿ ਮੁਲਤਾਨ 'ਤੇ ਹਮਲਾ ਹੋਇਆ, ਕਦੋਂ ਹਮਲਾ ਹੋਇਆ ਅਤੇ ਜਿਹੜੀ ਉਹ ਜਿੱਤ ਸੀਗੀ, ਕੌਣ ਸੀ ਉਸ ਸਮੇਂ ਮੁਲਤਾਨ ਦੇ ਵਿੱਚ ਗਵਰਨਰ ਕੌਣ ਸੀਗਾ ਜਾਂ ਮੁਲਤਾਨ 'ਤੇ ਕੌਣ ਰਾਜ ਕਰ ਰਿਹਾ ਸੀਗਾ। ਸੋ ਇਹ ਕਦੋਂ ਹਮਲਾ ਕੀਤਾ, ਇਹ ਜਿੱਤਿਆ, ਕਿਸ ਤਰ੍ਹਾਂ ਜਿੱਤਿਆ ਗਿਆ, ਇਸ ਦੇ ਬਾਰੇ ਜਿਹੜਾ ਬੱਚਿਆਂ ਨੂੰ, ਤੁਹਾਡੇ ਵਿਦਿਆਰਥੀਆਂ ਨੂੰ ਵਿਸਥਾਰ ਸੇ ਮੁਲਤਾਨ ਦੀ ਜਿੱਤ ਬਾਰੇ। ਸਰ ਮੁਲਤਾਨ ਦੀ ਜੋ ਜਿੱਤ ਹੈ ਉਸ ਨਾਲੋਂ ਵੀ ਔਖੀ ਜਿੱਤ ਕਸ਼ਮੀਰ ਦੀ ਜਿੱਤ ਸੀ। ਕਸ਼ਮੀਰ ਦੀ ਸਰ ਇਸ ਕਰਕੇ ਔਖੀ ਸੀ ਕਿ ਕਸ਼ਮੀਰ ਇੱਕ ਤਾਂ ਬਿਲਕੁਲ ਹੀ ਪੰਜਾਬ ਜਿਵੇਂ ਮੈਦਾਨੀ ਇਲਾਕਾ ਹੈ, ਕਸ਼ਮੀਰ ਇੱਕ ਪਹਾੜੀ ਇਲਾਕਾ ਹੈ ਐਂਡ ਕਸ਼ਮੀਰ ਦੀ ਜੋ ਠੰਡ ਹੈ ਉਹ ਪੰਜਾਬ ਦੀ ਠੰਡ ਨਾਲੋਂ ਬਹੁਤ ਜ਼ਿਆਦਾ ਪੈਂਦੀ ਹੈ। ਸੋ ਪਹਿਲਾਂ ਗੱਲ ਕਰਦੇ ਹਾਂ ਕਿ ਕਾਬੁਲ ਅਫਗਾਨਿਸਤਾਨ ਦੇ ਥੋੜ੍ਹਾ ਜਿਹਾ ਪਿਛੋਕੜ ਵਿੱਚ ਕਿ ਉੱਥੇ ਕੀ ਹੋ ਰਿਹਾ। ਅਫਗਾਨਿਸਤਾਨ ਦੇ ਵਿੱਚ 3 ਜੋ ਮੇਨ ਗੱਦੀ ਦੇ ਦਾਅਵੇਦਾਰ ਨੇ ਉਹ ਹੈਗੇ ਨੇ ਸ਼ਾਹ ਸੁਜਾ, ਸ਼ਾਹ ਜਮਾਨ ਅਤੇ ਸ਼ਾਹ ਮੁਹੰਮਦ। ਇਹ ਤਿੰਨੋਂ ਭਰਾ ਨੇ। ਇਹਨਾਂ ਤਿੰਨਾਂ ਨੂੰ ਕੰਟਰੋਲ ਕਰ ਰਿਹਾ ਆ ਉਹਨਾਂ ਦਾ ਵਜ਼ੀਰ ਫਤਿਹ ਖਾਂ। ਫਤਿਹ ਖਾਂ ਜੋ ਉਹ ਲਗਭਗ ਸਾਰੇ ਅਫਗਾਨਿਸਤਾਨ ਐਂਡ ਕਾਬੁਲ ਉੱਤੇ ਆਪਣਾ ਜੋ ਹੱਕ ਹੈ ਉਹ ਜਿਤਾ ਚੁੱਕਾ ਆ। ਉਹ ਇਹਨਾਂ ਥੱਲੇ ਰਹਿ ਕੇ ਆਪਣਾ ਜੋ ਸਾਮਰਾਜ ਹੈ ਉਸ ਦੇ ਉੱਪਰ ਆਪਣੀ ਜੋ ਪਕੜ ਹੈ ਬਹੁਤ ਮਜ਼ਬੂਤ ਕਰ ਚੁੱਕਾ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਸ਼ਾਹ ਜਮਾਨ ਨੂੰ ਗੱਦੀ ਉੱਪਰ ਬਿਠਾਇਆ। ਜਦੋਂ ਇਸ ਗੱਲ ਦਾ ਪਤਾ ਲੱਗਾ ਸ਼ਾਹ ਸੁਜਾ ਨੂੰ ਤਾਂ ਉਸ ਨੇ ਦੁਬਾਰਾ ਵਾਪਸ ਆ ਕੇ ਗੱਦੀ ਹਥਿਆ ਲਈ। ਵਜ਼ੀਰ ਫਤਿਹ ਖਾਂ ਜੋ ਕਿ ਨਹੀਂ ਚਾਹੁੰਦਾ ਕਿ ਸ਼ਾਹ ਸੁਜਾ ਜੋ ਗੱਦੀ ਉੱਪਰ ਬੈਠੇ, ਕਿਉਂਕਿ ਸ਼ਾਹ ਸੁਜਾ ਥੋੜ੍ਹਾ ਲਿਬਰਲ ਟਾਈਪ ਬੰਦਾ ਸੀ ਐਂਡ ਬਾਕੀ ਦੇ ਜਿੰਨੇ ਵੀ ਨੇ ਉਹ ਸਾਰੇ ਰੈਡੀਕਲ ਨੇ। ਅਤੇ ਵਜ਼ੀਰ ਫਤਿਹ ਖਾਂ ਨੇ ਸ਼ਾਹ ਮੁਹੰਮਦ ਦੀ ਹੈਲਪ ਕਰਕੇ ਸ਼ਾਹ ਸੁਜਾ ਨੂੰ ਗੱਦੀ ਤੋਂ ਕਢਵਾ ਦਿੱਤਾ ਐਂਡ ਉਸ ਨੂੰ ਗੱਦੀ ਉੱਪਰ ਬਿਠਾ ਦਿੱਤਾ। ਸ਼ਾਹ ਸੁਜਾ ਉੱਥੋਂ ਭੱਜ ਕੇ ਅਟਕ ਦੇ ਗਵਰਨਰ ਕੋਲ ਆ ਗਿਆ। ਇਹ ਤਾਂ ਹੋ ਗਈ ਇਹ ਗੱਲ। ਹੁਣ ਸ਼ਾਹ ਮੁਹੰਮਦ ਨੇ ਕੀ ਕੀਤਾ, ਜੋ ਨਵਾਂ ਅਫਗਾਨਿਸਤਾਨ ਦੀ ਗੱਦੀ ਉੱਪਰ ਬੈਠਾ ਹੈ ਉਸਨੇ ਸ਼ਾਹ ਜਮਾਨ ਦੀਆਂ ਅੱਖਾਂ ਕਢਵਾ ਦਿੱਤੀਆਂ। ਇੰਨੀ ਗੱਲ ਹੋਣ ਤੋਂ ਬਾਅਦ
ਜਦੋਂ ਅਟਕ ਦੇ ਗਵਰਨਰ ਕੋਲ ਸ਼ਾਹ ਸੁਜਾ ਆ ਗਿਆ ਤਾਂ ਅਟਕ ਦੇ ਗਵਰਨਰ ਨੂੰ ਇਹ ਲੱਗਾ ਕਿ ਇਹ ਹੋ ਸਕਦਾ ਹੈ ਕਿ ਵਜ਼ੀਰ ਫਤਿਹ ਖਾਨ ਦੇ ਦੁਆਰਾ ਭੇਜਿਆ ਗਿਆ ਹੋਵੇ ਜਾਂ ਗੱਦਾਰ ਵੀ ਹੋ ਸਕਦਾ ਹੈ, ਜੋ ਕਿ ਇੱਥੋਂ ਦੇ ਅਟਕ ਦਾ ਜੋ ਵੀ ਸਭ ਪਿੱਠ ਭੂਮੀ ਹੈ ਉਹਦੀ ਜਾਣਕਾਰੀ ਲੈਣ ਆਇਆ ਤਾਂ ਕਿ ਇੱਥੇ ਹਮਲਾ ਕੀਤਾ ਜਾ ਸਕੇ। ਉਸ ਨੇ ਇਸ ਤੋਂ ਡਰਦਿਆਂ ਹੋਇਆਂ ਆਪਣੇ ਸਾਥੀ ਕਸ਼ਮੀਰ ਦੇ ਗਵਰਨਰ ਅਤਾ ਮੁਹੰਮਦ ਖਾਨ ਨੂੰ ਸ਼ਾਹ ਸੁਜਾ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ। ਉਸ ਨੂੰ ਕੈਦ ਕਰਕੇ ਕਸ਼ਮੀਰ ਵਿੱਚ ਲਿਜਾਇਆ ਗਿਆ। ਇਸ ਗੱਲ ਦਾ ਪਤਾ ਲੱਗਾ ਸ਼ਾਹ ਸੁਜਾ ਦੀ ਬੇਗਮ ਨੂੰ। ਉਸ ਦੀ ਬੇਗਮ ਮਹਾਰਾਜਾ ਰਣਜੀਤ ਸਿੰਘ ਕੋਲ ਆਈ ਐਂਡ ਉਹਨੂੰ ਕਿਹਾ ਕਿ ਸਾਨੂੰ ਸ਼ਾਹ ਸੁਜਾ ਨੂੰ ਛੁਡਵਾ ਕੇ ਦਿਓ ਐਂਡ ਉਸ ਦੇ ਬਦਲੇ ਜੋ ਚਾਹੋਗੇ ਅਸੀਂ ਦੇਵਾਂਗੇ। ਰਣਜੀਤ ਸਿੰਘ ਉਸ ਸਮੇਂ ਆਪਣੇ ਬੇਟੇ ਖੜਕ ਸਿੰਘ ਦੇ ਵਿਆਹ ਵਿੱਚ ਰੁੱਝਾ ਹੋਇਆ ਸੀ ਐਂਡ ਉਸ ਸਮੇਂ ਵਜ਼ੀਰ ਫਤਿਹ ਖਾਨ ਵੀ ਰਣਜੀਤ ਸਿੰਘ ਦੇ ਦਰਬਾਰ ਵਿੱਚ ਆ ਹਾਜ਼ਰ ਹੋਇਆ। ਵਜ਼ੀਰ ਫਤਿਹ ਖਾਨ ਨੇ ਇਹ ਕਿਹਾ ਕਿ ਆਪਾਂ ਦੋਨਾਂ ਨੂੰ ਰਲ ਕੇ ਕਸ਼ਮੀਰ ਉੱਪਰ ਚੜ੍ਹਾਈ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜੇ ਇੱਦਾਂ ਕਰਦੇ ਹਾਂ ਤਾਂ ਲੁੱਟ ਦਾ ਅੱਧਾ ਮਾਲ ਰਣਜੀਤ ਸਿੰਘ ਦਾ ਹੋਵੇਗਾ ਐਂਡ ਸਾਲਾਨਾ 9 ਲੱਖ ਰੁਪਏ ਦੀ ਜੋ ਰਕਮ ਹੈ ਉਹ ਵੀ ਕਸ਼ਮੀਰ ਦਾ ਜੋ ਗਵਰਨਰ ਅਸੀਂ ਬਿਠਾਵਾਂਗੇ ਉੱਥੇ ਉਹ ਉਤਾਰੇਗਾ। ਹੁਣ ਅਗਲੀ ਗੱਲ ਇਹ ਹੈ ਕਿ ਰਣਜੀਤ ਸਿੰਘ ਕੰਵਰ ਖੜਕ ਸਿੰਘ ਦੇ ਵਿਆਹ ਤੋਂ ਫ੍ਰੀ ਹੋ ਕੇ 1812 ਈਸਵੀ ਵਿੱਚ ਦੀਵਾਨ ਮੋਹਕਮ ਚੰਦ ਦੇ ਅਧੀਨ 12,000 ਦੀ ਫੌਜ ਜੇਹਲਮ ਤੋਂ ਵਜ਼ੀਰ ਫਤਿਹ ਖਾਨ ਦੇ ਨਾਲ ਰਵਾਨਾ ਕਰਦਾ ਹੈ ਕਸ਼ਮੀਰ ਵੱਲ। ਇਹ ਜੋ ਫੌਜ ਹੈ ਇਹ ਕਸ਼ਮੀਰ ਲਾਗੇ ਪਹੁੰਚ ਜਾਂਦੀ ਹੈ, ਪਰ ਕਸ਼ਮੀਰ ਲਾਗੇ ਪਹੁੰਚਣ ਤੋਂ ਪਹਿਲਾਂ ਦੀਵਾਨ ਮੋਹਕਮ ਚੰਦ ਨੂੰ ਪਤਾ ਲੱਗ ਜਾਂਦਾ ਹੈ ਕਿ ਵਜ਼ੀਰ ਫਤਿਹ ਖਾਨ ਸਾਡੇ ਨਾਲ ਧੋਖਾ ਕਰਨ ਜਾ ਰਿਹਾ ਹੈ, ਕਿਉਂਕਿ ਉਹਨਾਂ ਦੀ ਫੌਜ ਦੀਵਾਨ ਮੋਹਕਮ ਚੰਦ ਦੀ ਫੌਜ ਤੋਂ 2 ਮੀਲ ਅੱਗੇ ਜਾ ਰਹੀ ਸੀ। ਹੁਣ ਇੰਨੀ ਗੱਲ ਦਾ ਪਤਾ ਲੱਗਣ ਦੇ ਬਾਅਦ ਦੀਵਾਨ ਮੋਹਕਮ ਚੰਦ ਨੇ ਆਪਣੇ ਸ਼ਾਰਟਕਟ ਜੋ ਰਾਹ ਨੇ ਉਹ ਅਪਣਾਏ ਐਂਡ ਵਜ਼ੀਰ ਫਤਿਹ ਖਾਨ ਤੋਂ ਪਹਿਲਾਂ ਕਸ਼ਮੀਰ ਦੇ ਕਿਲ੍ਹੇ ਵਿੱਚ ਪਹੁੰਚ ਗਿਆ। ਉਸ ਨੇ ਉੱਥੋਂ ਕਾਲ ਕੋਠੀ ਜੋ ਸ਼ਾਹ ਸੁਜਾ ਨੂੰ ਲੱਭਿਆ ਤਾਂ ਕਿ ਵਜ਼ੀਰ ਫਤਿਹ ਖਾਨ ਉਸ ਨੂੰ ਪਹਿਲਾਂ ਲੱਭ ਕੇ ਮਾਰ ਨਾ ਦੇਵੇ। ਉਸ ਨੂੰ ਲੱਭਿਆ ਐਂਡ ਉਸ ਨੂੰ ਵਾਪਸ ਲਾਹੌਰ ਦਰਬਾਰ ਵਿੱਚ ਲੈ ਆਇਆ। ਇਸ ਚੀਜ਼ ਦਾ ਪਤਾ ਲੱਗਾ ਵਜ਼ੀਰ ਫਤਿਹ ਖਾਨ ਨੂੰ ਤਾਂ ਉਹ ਕਾਫੀ ਜ਼ਿਆਦਾ ਨਾਰਾਜ਼ ਹੋਇਆ। ਉਸ ਨੇ ਅਤਾ ਮੁਹੰਮਦ ਖਾਨ ਉੱਥੋਂ ਕੱਢ ਕੇ ਆਪਣੇ ਸਾਥੀ ਆਪਣੇ ਭਰਾ ਆਜ਼ਿਮ ਖਾਨ ਨੂੰ ਉਹਦਾ ਗਵਰਨਰ ਬਣਾ ਦਿੱਤਾ ਐਂਡ ਉਸ ਨੂੰ ਅਫਗਾਨਾਂ ਦੇ ਅਧੀਨ ਕਾਬਲ ਦੇ ਅਧੀਨ ਲੈ ਗਿਆ। ਕਸ਼ਮੀਰ ਹੁਣ ਕਾਬਲ ਦੇ ਅਧੀਨ ਜਾ ਚੁੱਕਾ ਸੀ ਐਂਡ ਮਹਾਰਾਜਾ ਰਣਜੀਤ ਸਿੰਘ ਨਾਲ ਜੋ ਵੀ ਉਸਨੇ ਸ਼ਰਤਾਂ ਕੀਤੀਆਂ, ਜੋ ਇਕਰਾਰ ਕੀਤੇ ਕਿ 9 ਲੱਖ ਰੁਪਇਆ ਸਾਲਾਨਾ ਐਂਡ ਲੁੱਟ ਦਾ ਅੱਧਾ ਮਾਲ ਮੈਂ ਤੁਹਾਨੂੰ ਦਹਾਂਗਾ, ਉਸਨੇ ਇਹ ਇਕਰਾਰ ਪੂਰੇ ਨਹੀਂ ਕੀਤੇ। ਹੁਣ ਇਹ ਇਕਰਾਰ ਪੂਰੇ ਨਹੀਂ ਹੋਏ ਤਾਂ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ੁਦੀਨ ਅਟਕ ਦੇ ਗਵਰਨਰ ਕੋਲ ਚਲਾ ਜਾਂਦਾ। ਅਟਕ ਦਾ ਗਵਰਨਰ ਰਣਜੀਤ ਸਿੰਘ ਦੇ ਅਧੀਨ ਆ ਜਾਂਦਾ ਹੈ। ਹੁਣ ਇਸ ਗੱਲ ਦਾ ਪਤਾ ਵਜ਼ੀਰ ਫਤਿਹ ਖਾਨ ਲੱਗਾ ਤਾਂ ਬਹੁਤ ਲੋਹਾ ਲਾਖਾ ਹੋਇਆ, ਕਿਉਂਕਿ ਉਸ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਅਟਕ ਹੈ ਜੋ ਉਹ ਬਿਲਕੁਲ ਕਾਬੁਲ ਐਂਡ ਲਾਹੌਰ ਦੇ ਵਿੱਚ ਪੈਂਦਾ ਐਂਡ ਜੇ ਇਹ ਮੇਰੇ ਹੱਥੋਂ ਨਿਕਲ ਗਿਆ ਤਾਂ ਅੱਗੇ ਦਾ ਜਿਹੜਾ ਮੇਰਾ ਰਾਹ ਹੈ ਉਹ ਬਹੁਤ ਖਰਾਬ ਹੋ ਸਕਦਾ ਹੈ, ਬਹੁਤ ਸਮੱਸਿਆਵਾਂ ਭਰਪੂਰ ਹੋ ਸਕਦਾ ਹੈ। ਉਸ ਤੋਂ ਜਲਦੀ ਬਾਅਦ ਹੀ 1816 ਈਸਵੀ ਦੇ ਆਸ-ਪਾਸ ਰਣਜੀਤ ਸਿੰਘ ਦੁਆਰਾ ਰਾਮ ਦਿਆਲ ਦੀ ਅਗਵਾਈ ਵਿੱਚ ਇੱਕ 20,000 ਦੀ ਸੈਨਾ ਭੇਜੀ ਗਈ। ਉਸ 20,000 ਦੀ ਸੈਨਾ ਨੂੰ ਨਾਲ ਲੈ ਕੇ ਰਾਮ ਦਿਆਲ ਨੇ ਕਸ਼ਮੀਰ ਵਿੱਚ ਵਜ਼ੀਰ ਫਤਿਹ ਖਾਨ ਦੇ ਭਰਾ ਆਜ਼ਿਮ ਖਾਨ ਦੇ ਉੱਪਰ ਹਮਲਾ ਕਰ ਦਿੱਤਾ। ਆਜ਼ਿਮ ਖਾਨ ਇੱਕ ਕਾਫੀ ਯੋਗ ਸੈਨਾ ਨਾਇਕ ਸੀ। ਉਸਨੇ ਰਾਮ ਦਿਆਲ ਨੂੰ ਕਾਫੀ ਪ੍ਰੋਬਲਮ ਵਿੱਚ ਪਾਇਆ, ਉਸ ਨੂੰ ਫਸਾ ਦਿੱਤਾ ਐਂਡ ਰਾਮ ਦਿਆਲ ਉਹਦੇ ਨਾਲ ਸਾਲਾਨਾ ਇਕਰਾਰ ਕਰਕੇ ਵਾਪਸ ਆ ਗਿਆ। ਹੁਣ 1819 ਦੇ ਵਿੱਚ ਇੱਕ ਵਾਰ ਫਿਰ ਤੋਂ ਮਿਸਰ ਦੀਵਾਨ ਚੰਦ, ਜ਼ਬਰ ਖਾਂ, ਸਰਦਾਰ ਹਰੀ ਸਿੰਘ ਨਲਵਾ ਐਂਡ ਧਿਆਨ ਸਿੰਘ ਡੋਗਰਾ ਇਹਨਾਂ ਦੇ ਅਧੀਨ ਕਸ਼ਮੀਰ ਨੂੰ ਫਤਿਹ ਕਰਨ ਲਈ ਸੈਨਾ ਭੇਜੀ ਗਈ। ਇਸ ਸੈਨਾ ਦੀ ਗਿਣਤੀ ਕੋਈ 20-25 ਹਜ਼ਾਰ ਸੀ ਐਂਡ ਇਸ ਵਾਰ ਮਹਾਰਾਜਾ ਰਣਜੀਤ ਸਿੰਘ ਵੀ ਆਪ ਨਾਲ ਆਇਆ ਐਂਡ ਕਸ਼ਮੀਰ ਨੂੰ ਜਾਣ ਵਾਲੇ ਹਰ ਇੱਕ ਰਸਤੇ ਉੱਪਰ ਅਨਾਜ ਐਂਡ ਸੈਨਾ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ। ਇਹ ਸਭ ਇੰਨੀ ਜਲਦੀ ਇਸ ਲਈ ਵੀ ਕੀਤਾ ਗਿਆ ਤਾਂ ਕਿ ਸਿਆਲ ਦੀ ਰੁੱਤ ਸਰਦੀਆਂ ਦੀ ਰੁੱਤ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਕਸ਼ਮੀਰ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਵੇ। ਹੁਣ 1819 ਵਿੱਚ ਇਹਨਾਂ ਸਾਰਿਆਂ ਨੇ ਕਸ਼ਮੀਰ ਉੱਪਰ ਹਮਲਾ ਕੀਤਾ ਐਂਡ ਕਸ਼ਮੀਰ ਨੂੰ ਆਪਣੇ ਕਬਜ਼ੇ ਵਿੱਚ ਹਮੇਸ਼ਾ ਲਈ ਕਰ ਲਿਆ। ਇਸ ਕਸ਼ਮੀਰ ਨੂੰ ਕਬਜ਼ੇ ਵਿੱਚ ਕਰਨ ਦੇ ਨਾਲ ਰਣਜੀਤ ਸਿੰਘ ਨੂੰ ਬਹੁਤ ਲਾਭ ਹੋਏ।
ਜਿਨ੍ਹਾਂ ਵਿੱਚ ਇੱਕ ਹੈ ਕਿ ਉਸ ਨੂੰ ਉੱਥੋਂ ਦੇ ਜੋ ਅਨਮੋਲ ਖਜ਼ਾਨੇ ਹੈ, ਜੋ ਅਨਮੋਲ ਬਨਸਪਤੀ ਹੈ ਐਂਡ ਵਪਾਰਕ ਰਾਹ ਨੇ, ਐਂਡ ਸਭ ਤੋਂ ਮਹੱਤਵਪੂਰਨ ਗੱਲ ਕਿ ਹੁਣ ਉਹਦੇ ਹੱਥ ਵਿੱਚ ਅਫਗਾਨਾਂ ਦੇ 3 ਕਿਲ੍ਹੇ ਆ ਚੁੱਕੇ ਸਨ, ਇੱਕ ਮੁਲਤਾਨ, ਇੱਕ ਕਸ਼ਮੀਰ ਅਤੇ ਤੀਜਾ ਅਟਕ, ਜਿਸ ਨੇ ਅੱਗੇ ਜਾ ਕੇ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਉਣ ਵਿੱਚ ਬਹੁਤ ਸਹਾਇਤਾ ਕੀਤੀ।